ਦੋਸਤੋ ਵੇਲੇ ਦੀ ਗੱਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਅੱਜ ਅਸੀਂ ਇੱਕ ਬੜੇ ਹੀ ਦਿਲਚਸਪ ਮਸਲੇ 'ਤੇ ਗੱਲਬਾਤ ਕਰਾਂਗੇ। ਉਹ ਹੈ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ। ਸਾਡੇ ਇਸ ਮਸਲੇ 'ਤੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ ਹਾਜ਼ਰ ਨੇ। ਹਮੀਰ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਜੀ। ਸ਼ੁਕਰੀਆ। ਹਮੀਰ ਜੀ, ਇਹ ਦੱਸੋ ਵੀ ਬੀਬੀ ਹਰਸਿਮਰਤ ਨੇ ਬੜੇ, ਜਿਹਨੂੰ ਕਹਿ ਸਕਦੇ ਹਾਂ ਆਪਾਂ, ਐਨ ਐਜ 'ਤੇ ਆ ਕੇ ਅਸਤੀਫਾ ਦਿੱਤਾ ਜਦੋਂ ਕੁਝ ਰਾਹ ਨਾ ਬਚਿਆ। ਇਹ ਅਸਤੀਫੇ ਦੇ ਮਾਇਨੇ ਕੀ ਨੇ? ਅਸਲ ਦੇ ਵਿੱਚ ਪਹਿਲਾਂ ਅਕਾਲੀ ਦਲ ਨੇ ਸਮੁੱਚੇ ਨੇ ਅਤੇ ਬੀਬੀ ਹਰਸਿਮਰਤ ਨੇ ਬੜੀ ਟਰਾਈ ਕੀਤੀ ਕਿ ਅਸੀਂ ਲੋਕਾਂ ਨੂੰ ਸਮਝਾਈਏ ਕਿ ਬਿੱਲ ਤੁਹਾਡੇ ਪੱਖ ਦੇ ਵਿੱਚ ਨੇ, ਆਰਡੀਨੈਂਸ ਤੁਹਾਡੇ ਪੱਖ ਦੇ ਵਿੱਚ ਨੇ। ਅਸਲ 'ਚ ਜੇ ਤੁਸੀਂ ਹੁਣ ਅਸਤੀਫਾ ਦੇਣ ਤੋਂ ਬਾਅਦ ਵੀ ਦੇਖੋ, ਸੁਖਬੀਰ ਸਿੰਘ ਬਾਦਲ ਦਾ ਅਲੱਗ ਟਾਈਪ ਦਾ ਬਿਆਨ ਹੈ, ਹਰਸਿਮਰਤ ਦਾ ਅਲੱਗ ਹੈ। ਉਹ ਇਹ ਕਹਿ ਰਹੀ ਹੈ ਕਿ ਮੈਂ ਕੇਂਦਰ ਸਰਕਾਰ ਨੂੰ ਵੀ ਸਮਝਾਉਣ 'ਚ ਸਫਲ ਰਹੀ ਹਾਂ ਅਤੇ ਅਸੀਂ ਸਮੁੱਚੇ ਤੌਰ 'ਤੇ ਕੇਂਦਰ ਸਰਕਾਰ ਇਹ ਬਿੱਲ ਕਿਸਾਨਾਂ ਦੇ ਹਿੱਤ ਦੇ ਵਿੱਚ ਕਿਉਂ ਨੇ ਇਹ ਸਮਝਾ ਨਹੀਂ ਪਾਏ, ਇਹ ਸਾਡੀ ਗਲਤੀ ਹੈ। ਅਜੇ ਵੀ ਉਹ ਇਹ ਨਹੀਂ ਕਹਿ ਰਹੇ ਕਿ ਬਿੱਲ ਨਹੀਂ ਹੈ ਖੇਤੀ ਦੇ ਜਾਂ ਕਿਸਾਨੀ ਦੇ ਹੱਕ 'ਚ। ਜਾਂ ਅਕਾਲੀ ਦਲ ਨੇ ਵੀ ਇਹੀ ਸਟੈਂਡ ਲਿਆ ਕਿ ਇਹ ਬਿੱਲ ਕਿਉਂਕਿ ਕਿਸਾਨਾਂ ਦੇ ਖਦਸ਼ੇ ਨੇ, ਉਹਨਾਂ ਖਦਸ਼ਿਆਂ ਨੂੰ ਦੂਰ ਕਰਨਾ ਚਾਹੀਦਾ ਹੈ। ਇਹਦਾ ਮਤਲਬ ਕੀ ਹੈ ਕਿ ਪਾਰਟੀ ਦੇ ਕੋਈ ਖਦਸ਼ੇ ਨਹੀਂ ਹੈ, ਤੁਹਾਨੂੰ ਤਾਂ ਫਿਰ ਕੋਈ ਖਦਸ਼ਾ ਨਹੀਂ ਨਾ ਹੈ, ਤੁਹਾਨੂੰ ਕਿਸੇ ਹੋਰ ਧਿਰ ਦਾ ਖਦਸ਼ਾ ਹੈ। ਉਸੇ 'ਚ ਉਹਨਾਂ ਨੇ ਕਾਫੀ ਜ਼ਿਆਦਾ ਫਿਰ ਟਾਈਮ ਵੀ ਲਿਆ ਇਸੇ ਗੱਲ ਕਰਕੇ। ਕਦੇ ਚਿੱਠੀ ਲਿਆਂਦੀ ਨਰਿੰਦਰ ਸਿੰਘ ਤੋਮਰ ਦੀ ਕਿ ਉਹ ਆ ਕੇ ਇੱਥੇ ਲੋਕਾਂ ਨੂੰ ਵਿਸ਼ਵਾਸ ਦਿਵਾਏ ਕਿ ਅਸੀਂ MSP ਜਾਰੀ ਰੱਖਾਂਗੇ, ਔਰ ਉਦੋਂ ਬਾਅਦ ਵੀ ਲਗਾਤਾਰ ਉਹ ਕਹਿੰਦੇ ਰਹੇ। ਈਵਨ ਪੈਰਲਲ ਪ੍ਰੈਸ ਕਾਨਫਰੰਸਾਂ ਸੁਖਬੀਰ ਬਾਦਲ ਕਰਦੇ ਰਹੇ। ਪਰ ਫਿਰ ਵੀ ਇੱਕ ਕਿਸਾਨਾਂ ਦਾ ਐਡਾ ਵੱਡਾ ਇੱਕ ਅੰਦੋਲਨ ਸਟਾਰਟ ਹੋ ਗਿਆ। ਈਵਨ ਲੰਬੀ ਵੀ ਕਿੰਨੇ ਕਿਸਾਨ ਗਏ ਅਤੇ ਹੁਣ ਵੀ ਧਰਨੇ ਲੱਗੇ ਹੋਏ ਨੇ ਇਹਨਾਂ ਦੇ ਬਾਦਲ ਪਿੰਡ ਦੇ ਵਿੱਚ ਵੀ। ਅਤੇ ਅੱਜ ਉੱਥੇ ਇੱਕ ਬੰਦਾ ਕਿਸਾਨ ਸਲਫਾਸ ਵੀ ਖਾ ਗਿਆ ਇਸ ਨੂੰ। ਹਾਂ, ਇਹ ਨਾਰਮਲ ਟਰੈਂਡ ਹੈ। ਪਹਿਲਾਂ ਖੁਦਕੁਸ਼ੀਆਂ ਦਾ ਦੌਰ ਪਹਿਲਾਂ ਹੀ ਕਿਸਾਨਾਂ ਦਾ ਚੱਲ ਰਿਹਾ ਕਰਜ਼ੇ 'ਚ, ਪਰ ਇਹ ਧਰਨਿਆਂ 'ਚ ਵੀ ਜਿਹੜਾ ਬੰਦਾ ਲੜਨ ਗਿਆ ਹੈ, ਜੇ ਉੱਥੇ ਵੀ ਸਲਫਾਸ ਖਾਧੀ ਜਾਂਦੀ ਹੈ ਤਾਂ ਇਹ ਮਨੋਵਿਗਿਆਨਕ ਤੌਰ 'ਤੇ ਵੀ ਬੜਾ ਸਟੱਡੀ ਦਾ ਸਵਾਲ ਹੈ, ਅਧਿਐਨ ਦਾ ਸਵਾਲ ਹੈ ਕਿ ਕਿਉਂ ਬੰਦੇ ਇਸ ਹੱਦ ਤੱਕ ਚਲੇ ਜਾ ਰਹੇ ਨੇ। ਔਰ ਉਹਨਾਂ 'ਚ ਲੜਨ ਦਾ ਮਾਦਾ ਜ਼ਿਆਦਾ ਹੋਣਾ ਚਾਹੀਦਾ ਸਗੋਂ ਉਸ ਦੂਸਰੇ ਪਾਸੇ ਦੀ ਬਜਾਏ, ਜਿਹੜਾ ਵੀ ਕਹਿੰਦੇ ਨੇ। ਪਰ ਮੈਨੂੰ ਲੱਗਦਾ ਸੀ ਕਿ ਅੰਦੋਲਨ ਉਹ ਜਿਹੜੇ ਖੁਦਕੁਸ਼ੀ ਦੇ ਰਾਹ ਪਏ ਨੇ ਉਹਨਾਂ ਨੂੰ ਪ੍ਰੇਰ ਕੇ ਇੱਧਰਲੇ ਪਾਸੇ ਲਿਆਊਗਾ ਕਿ ਆਪਾਂ ਲੜਦੇ ਹਾਂ ਅਤੇ ਇਹ ਨਹੀਂ। ਔਰ ਹੋ ਸਕਦਾ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਇਹ ਹੋਏਗਾ ਵੀ। ਪਰ ਜਿਹੜਾ ਅਸਤੀਫੇ ਦਾ ਸਵਾਲ ਹੈ, ਹੁਣ ਅਸਤੀਫੇ ਤੋਂ ਬਾਅਦ ਇੱਕ ਗੱਲ ਕਲੀਅਰ ਹੋ ਗਈ ਹੈ। ਜਿਵੇਂ ਪਹਿਲਾਂ ਸ਼ਾਹ ਮੁਹੰਮਦ ਕਹਿੰਦਾ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ, BJP ਨੂੰ ਛੱਡ ਕੇ ਹੁਣ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਹੋਰ ਜਿਹੜੇ ਗਰੁੱਪ ਨੇ ਸਾਰੇ, ਉਹ ਸਾਰੇ ਇੱਕ ਲਾਈਨ 'ਚ ਆ ਗਏ। ਉਹ ਘੱਟੋ ਘੱਟ ਇਹ ਕਹਿਣ ਲੱਗ ਗਏ ਕਿ ਨਹੀਂ ਜੀ, ਇਹ ਸਾਡੇ ਹਿੱਤ 'ਚ ਨਹੀਂ ਹੈ। ਜਿਹੜੇ ਵੀ ਆਰਡੀਨੈਂਸ ਨੇ, BJP ਦਾ ਪੰਜਾਬ 'ਚ ਜਿੰਨਾ ਕੁ ਪ੍ਰਭਾਵ ਹੈ ਉਹ ਆਪਣਾ ਇਕੱਲਾ ਉਸ ਪਾਸੇ ਵੱਲ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਐਲੀਗੇਸ਼ਨ ਇਹ ਤਾਂ ਲੱਗਦੇ ਨੇ ਅਜੇ ਵੀ ਅਕਾਲੀ ਦਲ ਅਮਰਿੰਦਰ ਸਿੰਘ 'ਤੇ ਲਾ ਰਿਹਾ ਕਿ ਅਮਰਿੰਦਰ ਸਿੰਘ ਨੇ ਚੀਫ ਮਿਨਿਸਟਰਾਂ ਦੀ ਮੀਟਿੰਗ 'ਚ ਗਿਆ ਜੀ, ਉੱਥੇ ਜਾ ਕੇ ਇਹਨੂੰ ਸਹਿਮਤੀ ਦੇ ਕੇ ਆਏ ਹੈ। ਜਾਂ ਕਾਂਗਰਸ ਦਾ 2019 ਦਾ ਲੋਕ ਸਭਾ ਦਾ ਮੈਨੀਫੈਸਟੋ ਹੈ, ਉਹ ਵੀ ਇਹੀ ਕਹਿ ਰਿਹਾ ਸੀ। ਬਿਲਕੁਲ ਪਾਲਿਸੀ ਲੈਵਲ 'ਤੇ ਕੋਈ ਬਹੁਤ ਵੱਡਾ ਫਰਕ ਨਹੀਂ, ਕਿਉਂਕਿ WTO ਦੇ ਵਿੱਚ ਵੀ ਜਿਹੜਾ ਟ੍ਰੇਡ ਫੈਸਿਲੀਟੇਸ਼ਨ ਐਗਰੀਮੈਂਟ ਅਜੇ ਰੁਕਿਆ ਹੋਇਆ, ਭਾਰਤ ਗੌਰਮੈਂਟ ਨੇ ਅਜੇ ਉਹਨੂੰ ਪ੍ਰਵਾਨ ਨਹੀਂ ਕੀਤਾ। ਉਹ ਵੀ ਆਉਣਾ ਇੱਕ ਦਿਨ। ਜਿੱਦਣ ਉਹ ਆ ਗਿਆ ਤਾਂ ਸਾਡੀ ਡੇਅਰੀ ਤੋਂ ਲੈ ਕੇ ਸਾਡੇ ਸਾਰੇ 'ਚ ਜਿਹੜਾ ਮਾਲ ਜਿਹੜਾ ਉਹ ਨਿਊਜ਼ੀਲੈਂਡ ਦਾ, ਡੈਨਮਾਰਕ ਦਾ, ਬਾਕੀ ਦਾ ਜਿੱਥੇ ਬਹੁਤ ਜ਼ਿਆਦਾ ਸਸਤੇ ਰੇਟ ਦੇ ਵਿੱਚ ਆਏਗਾ ਤਾਂ ਕਿਸਾਨ ਉਹਦੇ ਨਾਲ ਵੀ ਬੰਧੋਲਿਆ ਜਾਏ। ਇਕੱਲਾ ਕਿਸਾਨ ਦਾ ਸਵਾਲ ਨਹੀਂ ਹੈ, ਪੂਰੀ ਸਟੇਟ, ਪੂਰਾ ਦੇਸ਼, ਕਿਉਂਕਿ ਸਾਰੀ ਅਰਥ ਵਿਵਸਥਾ ਜੁੜੀ ਹੁੰਦੀ ਹੈ। ਹੁਣ ਵੀ ਮੈਨੂੰ ਇਹ ਲੱਗਦਾ ਹੈ ਕਿ ਇੱਕ ਗੱਲ ਹੋ ਰਹੀ ਹੈ ਸਾਡੇ, ਅਜੇ ਵੀ ਅਸੀਂ ਸਾਰੇ ਇਹ ਲਾਈਨ 'ਚ ਤਾਂ ਲੱਗ ਗਏ ਕਿ ਉਹ ਬਿੱਲ ਠੀਕ ਨਹੀਂ, ਪਰ ਦੋਸ਼ ਕਿਹਨੂੰ ਦੇ ਰਿਹਾ? ਦੋਸ਼ ਕੇਂਦਰ ਨੂੰ ਨਹੀਂ ਦੇ ਰਹੇ, ਉਹ ਅਮਰਿੰਦਰ ਨੂੰ ਦੇ ਰਿਹਾ, ਅਮਰਿੰਦਰ ਅਕਾਲੀਆਂ ਨੂੰ ਦੇ ਰਿਹਾ, ਉਹ ਆਮ ਆਦਮੀ ਪਾਰਟੀ ਇਹਨਾਂ ਨੂੰ ਦੇ ਰਹੀ ਹੈ। ਮਤਲਬ ਲੜਾਈ ਦੀ ਜਿਹੜੀ ਕੁੱਕੜ ਖੋਹ ਹੈ ਉਹ ਆਪਸ ਦੇ ਵਿੱਚ ਹੋ ਰਹੀ ਹੈ। ਅਜੇ ਵੀ ਅਸੀਂ ਧਿਆਨ ਨਾਲ ਉਹਨੂੰ ਅੱਗੇ ਚੱਲ ਕੇ ਕੋਈ ਸਹਿਮਤੀ ਨਹੀਂ ਬਣਾਉਣ ਦੇ ਰਾਹ ਚੱਲ ਰਹੇ, ਕਿਉਂਕਿ ਸਭ ਨੂੰ 2022 ਦਿੰਦਾ। 22 'ਚ ਕਿਸਾਨਾਂ ਦੀ ਵੋਟ ਦਿੰਦੀ ਹੈ ਅਤੇ ਵੋਟ ਦੇ ਚੱਕਰ ਦੇ ਵਿੱਚ, ਦਬਾਅ ਦੇ ਵਿੱਚ ਤੁਸੀਂ ਇਕੱਲਾ ਹਰਸਿਮਰਤ ਨੇ ਵੀ, ਤੁਸੀਂ ਦੇਖੋ ਕੁਲਜੀਤ ਨਾਗਰਾ ਨੇ ਵੀ ਅਸਤੀਫਾ ਦੇ ਤਾ। ਇਮੋਸ਼ਨਲ ਲੋਕ ਕਹਿੰਦਾ ਵੀ ਮੈਂ ਵੀ ਕਿਵੇਂ ਪ੍ਰਗਟ ਕਰ ਸਕਦਾ ਕਿਸਾਨਾਂ ਨਾਲ ਦਰਦ, ਅਤੇ ਮੈਂ ਇਸ ਕਰਕੇ ਅਸਤੀਫਾ ਦੇਤਾ, ਮੈਂ ਵੀ ਆਪਣੇ ਵਿਧਾਇਕ ਦਲ ਤੋਂ। ਇਹਦਾ ਮਤਲਬ ਫਿਰ ਕੀ ਹੈ? ਕਿ ਸਾਰੇ ਵਿਧਾਇਕ ਜਾਂ ਸਾਰੇ ਲੋਕ ਅਸਤੀਫੇ ਦੇ ਕੇ ਹੀ ਕੰਮ ਇਸ ਤਰੀਕੇ ਨਾਲ ਚਲਾਉਣਗੇ, ਜਾਂ ਕੋਈ ਅੰਦੋਲਨ ਜਾਂ ਕੋਈ ਇਸ ਪੱਧਰ ਦਾ ਅੱਗੇ ਵੀ ਕੋਈ ਸਿਸਟਮ ਸ਼ੁਰੂ ਕਰਨਗੇ? ਇਹ ਬਹੁਤ ਬੜਾ ਸਵਾਲ ਹੈ। ਇਹਦੇ ਮਾਅਨੇ ਦੇ ਤੌਰ 'ਤੇ ਇਹ ਹੈ ਕਿ ਅਕਾਲੀ ਦਲ ਨੂੰ ਇਹ ਗੱਲ ਤਾਂ ਪ੍ਰਵਾਨ ਕਰਨੀ ਪਏਗੀ ਕਿ ਜੇ ਕਿਸਾਨਾਂ ਦਾ ਦਬਾਅ ਨਾ ਹੁੰਦਾ, ਅੰਦੋਲਨ ਐਡਾ ਨਾ ਭਖਦਾ, ਅਤੇ ਬੁੱਧੀਜੀਵੀਆਂ ਅਤੇ ਹੋਰਾਂ ਨੇ ਜਿੰਨਾ ਲਿਖਿਆ ਇਹਦੇ ਪੱਖ ਦੇ ਵਿੱਚ ਉਹ ਪ੍ਰੈਸ਼ਰ ਨਾ ਹੁੰਦਾ, ਤਾਂ ਸ਼ਾਇਦ ਅਸਤੀਫਾ ਨਹੀਂ ਸੀ ਹੋਣਾ ਉਸ ਪੱਧਰ ਦੇ ਉੱਤੇ। ਅਤੇ
ਹੁਣ ਮੈਨੂੰ ਇਹ ਦੱਸੋ ਵੀ ਅਕਾਲੀ ਦਲ ਦੀ ਇਸ ਮਾਮਲੇ ਸਥਿਤੀ ਕੀ ਹੈ? ਬੜੀ ਕਸੂਤੀ ਸਥਿਤੀ ਅੱਜ ਆ ਗਿਆ ਅਕਾਲੀ ਦਲ, ਨਾ ਉਹ ਇੱਧਰ ਜਾ ਸਕਦਾ ਨਾ ਉੱਧਰ ਜਾ ਸਕਦਾ। ਹੁਣ ਉਹਦਾ ਵਰਕਰ ਵੀ ਕਿੱਧਰ ਨੂੰ ਜਾਵੇ, ਲੀਡਰਸ਼ਿਪ ਕਿੱਧਰ ਨੂੰ ਜਾਵੇ, ਇਹਦੇ ਬਾਰੇ ਦੱਸੋ। ਮੈਨੂੰ ਲੱਗਦਾ ਕਿ ਇੱਕ ਤਾਂ ਸੌਖਾ ਕਰ ਲਿਆ ਇਹਨਾਂ ਨੇ, ਅਸਤੀਫਾ ਦਵਾ ਕੇ ਇੰਨੇ ਕਹਿਣ ਜੋਗੇ ਹੋ ਗਏ ਵੀ ਅਸੀਂ ਕੁਰਬਾਨੀ ਕੀਤੀ, ਅਸੀਂ ਦੇਖੋ ਜੀ ਕਿਸਾਨਾਂ ਦੇ ਨਾਲ ਖੜੇ ਹਾਂ, ਪਹਿਲਾਂ ਤੋਂ ਵੀ ਕਹਿ ਰਹੇ ਸੀ। ਪਰ ਅਜੇ ਵੀ ਅਕਾਲੀ ਦਲ ਲਈ ਜਿਹੜਾ ਵੱਡਾ ਚੈਲੰਜ ਹੈ, ਚੁਣੌਤੀ, ਇੱਕ ਸਵਾਲ ਪੈਦਾ ਹੁੰਦਾ ਐਨਡੀਏ ਚੋਂ ਬਾਹਰ ਆਓਗੇ ਕਿ ਨਹੀਂ ਆਓਗੇ। ਤੇ ਜੇ ਤੁਸੀਂ ਜਿਹੜੇ ਐਨਡੀਏ ਨੇ ਜਾਂ ਜਿਹੜੀ ਬੀਜੇਪੀ ਨੇ ਆਰਡੀਨੈਂਸ ਲੋਕ ਸਭਾ 'ਚ ਲਿਆਂਦੇ ਤੁਹਾਡੀ ਗੱਲ ਨਹੀਂ ਮੰਨੀ, ਤੁਹਾਨੂੰ ਲੱਗਦਾ ਕਿ ਪੰਜਾਬ ਤਬਾਹ ਹੋ ਜਾਏਗਾ, ਤਾਂ ਫਿਰ ਉਹਦੇ ਨਾਲ ਮਿਲ ਕੇ ਕਿਵੇਂ ਚੱਲੋਗੇ? ਇਹ ਆਟੋਮੈਟਿਕਲੀ ਇੱਕ ਵੱਡਾ ਸਵਾਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਹਾਲਾਂਕਿ ਤੁਸੀਂ ਇਹ ਕਹਿ ਰਹੇ ਹੋ ਕਿ ਉਹਦੇ ਬਾਰੇ ਅਸੀਂ ਸੋਚਾਂਗੇ ਹਜੇ, ਔਰ ਮੈਨੂੰ ਇਹ ਲੱਗਦਾ ਕਿ ਅਕਾਲੀ ਦਲ ਵਰਗੀ ਖੇਤਰੀ ਪਾਰਟੀ ਨੂੰ ਅੱਗੇ ਜਾ ਕੇ ਸ਼ਾਇਦ ਹੀ ਉਹ ਬੀਜੇਪੀ ਨਾਲ ਚੱਲ ਪਾਏ ਜਿਹੋ ਜਿਹਾ ਮਾਹੌਲ ਬਣ ਰਿਹਾ। ਦੂਜਾ ਅਕਾਲੀ ਦਲ ਤੇ ਵੱਡਾ ਸਵਾਲ ਇਹ ਪੈਦਾ ਹੋ ਰਿਹਾ ਕਿ ਇਹ ਇਕੱਲਾ ਖੇਤੀ ਦੇ ਆਰਡੀਨੈਂਸਾਂ ਦਾ ਮਾਮਲਾ ਨਹੀਂ ਹੈ ਭਾਈ ਸਾਹਿਬ, ਇਹ ਘੱਟ ਗਿਣਤੀਆਂ ਦੇ ਸਵਾਲ ਤੇ ਵੀ ਬਹੁਤ ਐਕਟ ਪਾਸ ਹੋਏ ਨੇ। ਔਰ ਜਿਹੜਾ ਜਿਸ ਟਾਈਪ ਦਾ ਵੱਖਰੇ ਵਿਚਾਰਾਂ ਵਾਲਿਆਂ ਨਾਲ ਦਿੱਲੀ ਦੇ ਵਿੱਚ ਜੋ ਕੁਝ ਹੋ ਰਿਹਾ ਹੈ, ਔਰ ਜਿਹੜਾ ਘੱਟ ਗਿਣਤੀ ਮੁਸਲਮਾਨ ਨਾਲ ਹੋ ਰਿਹਾ, ਹੌਲੀ ਹੌਲੀ ਸਿੱਖ ਮੁੰਡਿਆਂ ਤੇ ਵੀ UAPA ਲਾਉਣਾ ਸ਼ੁਰੂ ਕਰਤਾ ਸੀ। ਜਿਵੇਂ ਹਾਲ ਹੀ 'ਚ ਭਾਸ਼ਾ ਤੇ ਹੋਇਆ ਜੰਮੂ ਕਸ਼ਮੀਰ, ਉਪ ਭਾਸ਼ਾ ਨੂੰ ਤਾਂ ਰੁਤਬਾ ਦੇਤਾ, ਪਰ ਜਿਹੜੀ ਪੰਜਾਬੀ ਸੀ ਉਹ ਰਹਿ ਗਈ ਹੈ। ਪੰਜਾਬੀ ਰਹੇਗੀ, ਤੇ ਜਿੰਨੀਆਂ ਵੀ ਘੱਟ ਗਿਣਤੀ ਨਾਲ ਸੰਬੰਧਿਤ, ਚਾਹੇ ਉਹ ਭਾਸ਼ਾ ਦਾ ਸਵਾਲ ਹੈ, ਉਹ ਧਰਮ ਦਾ ਸਵਾਲ ਹੈ, ਉਹ ਖੇਤਰ ਦਾ ਸਵਾਲ ਹੈ, ਉਹ ਸੱਭਿਆਚਾਰ ਦਾ ਸਵਾਲ ਹੈ, ਉਹ ਸਾਰਿਆਂ ਨੂੰ ਜਦੋਂ ਇੱਕ ਦੇਸ਼ ਇੱਕ ਰਾਸ਼ਨ ਕਾਰਡ, ਇੱਕ ਦੇਸ਼ ਇੱਕ ਟੈਕਸ, ਈਵਨ GST ਦਾ ਬਹੁਤ ਬੜਾ ਮਾਮਲਾ ਹੈ। GST ਸੂਬਿਆਂ ਦੇ ਵਿੱਚ ਸਾਰੇ ਸੂਬੇ ਰੋ ਰਹੇ ਨੇ ਕਿ ਸਾਨੂੰ ਤਾਂ ਪੈਸੇ ਨਹੀਂ ਮਿਲ ਰਹੇ, ਤੇ ਪੈਸੇ ਨਹੀਂ ਮਿਲ ਰਹੇ ਤਾਂ ਅਰਥ ਵਿਵਸਥਾ ਬਿਲਕੁਲ ਗੜਬੜ ਹੋ ਜਾਊਗੀ। ਜਿਹੜੀ ਸੈਂਟਰਲਾਈਜੇਸ਼ਨ ਆਫ ਪਾਵਰ ਹੈ, ਅਕਾਲੀ ਦਲ ਦੋ ਗੱਲਾਂ ਕਰਕੇ ਮੰਨਿਆ ਜਾਂਦਾ ਸੀ। ਨੰਬਰ 1 ਪੰਥਕ ਦਿੱਖ ਕਿ ਜੋ ਸਿੱਖਾਂ ਦੇ ਮਸਲੇ ਨੇ, ਨੰਬਰ 2 ਫੈਡਰਲਿਜ਼ਮ ਕਿ ਫੈਡਰਲਿਜ਼ਮ ਤਾਂ ਬਚੂ, ਜੇ ਫੈਡਰਲਿਜ਼ਮ ਬਚੂਗਾ ਤਾਂ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਹੱਕ ਸੁਰੱਖਿਅਤ ਰਹਿਣਗੇ। ਪੰਜਾਬੀ ਸੂਬੇ ਦਾ ਮੋਰਚਾ ਵੀ ਇਹਨਾਂ ਨੇ ਤਾਂ ਹੀ ਲਾਇਆ ਸੀ ਕਿ ਇੱਥੇ ਅਸੀਂ ਬਹੁ ਗਿਣਤੀ ਦੇ ਵਿੱਚੋਂ। ਹੁਣ ਫੈਡਰਲਿਜ਼ਮ ਦੀ ਕੋਈ ਗੱਲ ਹੀ ਨਹੀਂ ਕਰ ਰਿਹਾ ਇਸ ਪੂਰੀ ਮੂਵਮੈਂਟ ਦੇ ਵਿੱਚ। ਉਹ ਕਹਿੰਦਾ ਕਿਸਾਨਾਂ ਦੀ MSP, ਇਹ ਕਿਸਾਨਾਂ ਦੀ ਇਕੱਲੀ MSP ਦਾ ਮਾਮਲਾ ਨਹੀਂ ਹੈ। ਵਾਤਾਵਰਨ ਦਾ ਨੋਟੀਫਿਕੇਸ਼ਨ ਜਿਹੜਾ ਜਾਰੀ ਹੋ ਗਿਆ ਉਹ ਤੁਹਾਡੇ ਹੱਥ 'ਚੋਂ ਤਾਂ ਹੋ ਲਿਆ। ਜਿਹੜਾ ਇਲੈਕਟ੍ਰੀਸਿਟੀ ਸੋਧ ਬਿੱਲ, ਬਿਜਲੀ ਸੋਧ ਬਿੱਲ 2020 ਆ ਰਿਹਾ ਹੈ, ਉਹ ਤੁਹਾਡੇ ਹੱਥ 'ਚੋਂ ਬਿਲਕੁਲ ਹੀ ਪਾਲਿਸੀ ਖੋ ਰਹੀ ਹੈ ਸਟੇਟਾਂ ਦੇ ਵਿੱਚੋਂ। ਕੱਲ੍ਹ ਨੂੰ ਅਕਾਲੀ ਦਲ ਸੱਤਾ 'ਚ ਆਏ, ਆਪ ਆਵੇ, ਕਾਂਗਰਸ ਆਏ, ਕੋਈ ਵੀ ਆਏ, ਉਹ ਤਾਂ ਨਗਰ ਪਾਲਿਕਾ ਵਰਗੀ ਬਣ ਜੂਗੀ, ਉਹਦੇ ਕੋਲ ਤਾਂ ਹੱਕ ਹੀ ਨਹੀਂ ਹੋਣਗੇ ਕੋਈ, ਤਾਂ ਉਹ ਕਿਵੇਂ ਕੰਮ ਕਰਨਗੇ ਲੋਕਾਂ ਦੇ ਉੱਤੇ। ਇਸ ਕਰਕੇ ਜਿਹੜਾ ਵੱਡਾ ਮੁੱਦਾ ਹਜੇ ਵੀ ਖੜਾ ਹੈ ਸਾਹਮਣੇ, ਉਹ ਇਹਦਾ ਖੜਾ ਹੈ ਕਿ ਕੇਂਦਰ ਤੇ ਰਾਜਾਂ ਦੇ ਸਬੰਧਾਂ ਦੇ ਵਿੱਚ ਜਦੋਂ ਪਹਿਲਾਂ ਪੰਜਾਬ ਨੇ ਲੜਾਈ ਲੜੀ ਉਦੋਂ ਸਰਕਾਰੀਆ ਕਮਿਸ਼ਨ ਬਣਿਆ, ਉਦੋਂ ਬਾਅਦ ਜਸਟਿਸ ਪੁੰਛੀ ਕਮਿਸ਼ਨ ਬਣਿਆ, ਤਾਂ ਕਿ ਰਿਵਾਈਜ਼ ਹੋਣ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ, ਮੁੜ ਕੇ ਪ੍ਰਭਾਸ਼ਿਤ ਹੋਣ ਸਾਡੇ ਸਬੰਧ ਨੇ ਜਿਹੜੇ। ਔਰ ਉਹ ਵੱਡਾ ਮੁੱਦਾ ਪੋਲੀਟੀਕਲ ਅਜੇ ਵੀ ਗਾਇਬ ਹੈ ਪੰਜਾਬ ਦੀ ਧਰਤੀ ਤੋਂ। ਅਜੇ ਕੋਈ ਪਾਰਟੀ ਉਸ ਪੱਧਰ ਤੇ ਮੁੱਦੇ ਨੂੰ ਨਹੀਂ ਉਠਾ ਰਹੀ। ਤੇ ਹਮੀਰ ਜੀ, ਇੱਕ ਬੜਾ ਅਹਿਮ ਸਵਾਲ ਹੈ ਕਿਸਾਨਾਂ ਮਾਮਲੇ 'ਚ। ਕਿਸਾਨਾਂ ਨੂੰ ਹੁਣ ਹਰੇਕ ਪਾਰਟੀ ਆਪਣੇ ਕੰਨੀ ਖਿੱਚਣ ਲਈ ਜ਼ੋਰ ਲਾ ਰਹੀ ਹੈ। ਅਕਾਲੀ ਦਲ ਨੇ ਅਸਤੀਫਾ ਦਵਾਤਾ, ਕਹਿੰਦੇ ਅਸੀਂ ਅਸਤੀਫਾ ਤਾਂ ਦੇ ਦਿਆ ਪਰ ਅਸੀਂ ਬਾਹਰੋਂ ਸਮਰਥਨ ਜਾਰੀ ਰੱਖਾਂਗੇ। ਕਾਂਗਰਸ ਕੈਪਟਨ ਰੋਜ਼ ਕਿਸਾਨਾਂ ਦੇ ਹੱਕ 'ਚ ਬਿਆਨ ਦੇ ਰਹੇ ਨੇ। ਹੁਣ ਇਹ ਗੱਲ ਹੈ ਵੀ ਕਿਸਾਨ ਕਿੱਧਰ ਨੂੰ ਜਾਣਗੇ? ਆਪ ਵਾਲੇ ਵੀ ਲੱਗੇ ਹੋਏ ਨੇ, ਸਾਰੇ ਕਿਸਾਨਾਂ ਨੂੰ ਖਿੱਚਣ ਲੱਗੇ ਹੋਏ ਨੇ ਵੀ ਉਹ ਹੁਣ ਕਿੱਧਰ ਪਾਸੇ ਨੂੰ ਜਾਣ ਕੇ ਆਪਣੀ ਇੱਕ ਸਿੱਧੀ ਲਾਈਨ 'ਚ ਬਿਨਾਂ ਸਿਆਸਤ ਵਾਲੇ ਲੋਕਾਂ ਨੂੰ ਆਪਣੀ ਲਾਈਨ ਚਲਾਉਣ। ਮੈਨੂੰ ਇਹ ਲੱਗਦਾ ਕਿ ਸਾਰੀਆਂ ਧਿਰਾਂ ਜਿਹੜੀਆਂ ਨੇ ਨਾ, ਇਹਨਾਂ ਦਾ ਮਿਸ਼ਨ 22 ਹੈ। ਮਿਸ਼ਨ 22 ਦਾ ਮਤਲਬ 2022 ਦੀ ਇਲੈਕਸ਼ਨ ਦਿੰਦੀ ਆ, ਹੋਰ ਕੁਝ ਨਹੀਂ ਦਿੰਦਾ। ਕਿਸਾਨਾਂ ਦਾ ਕੀ ਹੋਣਾ ਨਹੀਂ ਹੋਣਾ ਇਹ ਮੈਟਰ ਨਹੀਂ ਕਰਦਾ ਇਹਨਾਂ ਵਾਸਤੇ। ਜੇ 22 ਨੇੜੇ ਨਾ ਹੁੰਦਾ ਤਾਂ ਸ਼ਾਇਦ ਇੰਨਾ ਰੌਲਾ ਪੈਂਦਾ ਹੀ ਨਾ। ਔਰ ਇਸੇ ਕਰਕੇ ਇਹ ਹੈ ਕਿ ਜੇ ਇਹ ਪ੍ਰਿੰਸੀਪਲੀ ਸਿਧਾਂਤਕ ਸਟੈਂਡ ਲੈਂਦੇ ਹੁੰਦੇ ਤਾਂ ਇਹਨਾਂ ਨੇ UAPA ਤੇ ਵੀ ਸਟੈਂਡ ਲੈਣਾ ਸੀ, ਇਹਨਾਂ ਨੇ NIA ਤੇ ਵੀ ਸਟੈਂਡ ਲੈਣਾ ਸੀ, ਇਹਨਾਂ ਨੇ ਬਿਜਲੀ ਵਾਲੇ ਤੇ ਵੀ ਸਟੈਂਡ ਲੈਣਾ ਸੀ, ਇਹਨਾਂ ਨੇ ਵਾਤਾਵਰਨ ਤੇ ਵੀ, ਇਹਨਾਂ ਨੇ CAA ਤੇ ਵੀ, ਸਭ ਤੇ ਸਟੈਂਡ ਲੈਣੇ ਸੀ। ਉਹ ਸਭ ਤੇ ਸਟੈਂਡ ਇਸ ਕਰਕੇ ਨਹੀਂ ਲੈ ਰਹੇ ਕਿਉਂਕਿ ਸਿਧਾਂਤਕ ਗੱਲ ਉਹ ਛੱਡ ਚੁੱਕੇ ਨੇ, ਤੇ ਹੁਣ ਕੇਵਲ ਮਿਸ਼ਨ 22 ਲੱਗਦਾ। ਮਿਸ਼ਨ 22 'ਚ ਕਿਉਂਕਿ ਕਿਸਾਨਾਂ ਦੀਆਂ ਵੋਟਾਂ ਕਾਫੀ ਨੇ, ਤੇ ਈਵਨ ਕਿਸਾਨ ਪ੍ਰਭਾਵਿਤ ਕਰਦੇ ਨੇ ਦਲਿਤਾਂ ਨੂੰ ਵੀ, ਪਿੰਡਾਂ 'ਚ ਮਜ਼ਦੂਰਾਂ ਨੂੰ ਵੀ, ਤਾਂ ਕਿ ਉਹ ਸਾਰੇ ਮਾਮਲੇ ਦੇ ਵਿੱਚ ਹੁਣ ਇਹ ਅੱਡੋ ਫਾਟੀ ਜੇਕਰ ਐ ਚੱਲਣਗੇ ਕੇਵਲ ਮਿਸ਼ਨ, ਪੰਜਾਬ ਦੇ ਹਾਲਤ ਮਿਸ਼ਨ 22 ਤੋਂ ਜ਼ਿਆਦਾ ਖਰਾਬ ਨੇ। 22 'ਚ ਕੋਈ ਜਿੱਤੇ ਕੋਈ ਹਾਰੇ, ਪੰਜਾਬ 'ਚ ਕਿਸੇ ਦਾ ਜੀ ਨਹੀਂ ਲੱਗਦਾ, ਬੱਚੇ ਉੱਜੜ ਰਹੇ ਨੇ, ਲੱਖਾਂ ਦੀ ਗਿਣਤੀ 'ਚ ਵਿਦੇਸ਼ਾਂ ਨੂੰ ਜਾ ਰਹੇ ਨੇ ਆਈਲੈਟਸ ਕਰਕੇ, ਇੱਥੇ ਕੋਈ ਰਹਿਣਾ ਹੀ ਨਹੀਂ ਚਾਹੁੰਦਾ ਕਿਉਂਕਿ ਨਾ ਇੱਥੇ ਰੂਲ ਆਫ ਲਾ ਹੈ। ਕੱਲ੍ਹ ਨੂੰ ਪੁਲਿਸ ਕਿਹਦੇ 'ਤੇ ਮੁਕੱਦਮਾ ਪਾ ਦੂਗੀ, ਕਿਹਦੇ ਤੋਂ ਹਟਾ ਦੇਗੀ, ਕੋਈ ਫਰਕ ਨਹੀਂ ਪੈਂਦਾ। ਔਰ ਪੈਸੇ ਇਕੱਠੇ ਕਰਨ 'ਤੇ ਲੱਗੇ ਹੋਏ ਨੇ ਸਾਰੇ, ਈਵਨ ਮੰਤਰੀਆਂ ਤੋਂ ਲੈ ਕੇ ਅਫਸਰਾਂ ਤੋਂ ਲੈ ਕੇ ਸਾਰੇ ਲੋਕ ਉਸੇ ਪੱਧਰ ਦੇ ਉੱਤੇ। ਹੁਣ ਸਵਾਲ ਇਹ ਹੈ ਕਿ ਇਦੋਂ ਬਾਅਦ ਕਿਸਾਨਾਂ ਦਾ ਅੰਦੋਲਨ ਕਿੱਧਰ ਜਾਏ। ਮੈਨੂੰ ਇਹ ਲੱਗਦਾ ਕਿ ਕਿਸਾਨਾਂ ਦਾ ਅੰਦੋਲਨ ਨਹੀਂ ਕਰਨਾ, ਇਹ ਪੰਜਾਬ ਦੀ ਹੋਂਦ ਦਾ ਸਵਾਲ ਹੈ, ਐਗਜ਼ਿਸਟੈਂਸ ਦਾ ਸਵਾਲ ਹੈ। ਤੁਸੀਂ ਦੱਸੋ ਕਿ ਜੇ ਤਿੰਨੇ ਆਰਡੀਨੈਂਸ ਲਾਗੂ ਹੋ ਰਹੇ ਨੇ, ਜੇ ਮਾਰ ਇਹ ਕਹਿੰਦੇ ਨੇ
ਤਾਂ ਉਹਨਾਂ ਦਾ ਮਤਲਬ ਇਹ ਹੈ ਕਿ 3 ਲੱਖ ਤਾਂ ਪੱਲੇਦਾਰੀ ਦੀ ਨੌਕਰੀ ਚਲੀ ਗਈ ਜਿਹੜਾ ਮਜ਼ਦੂਰ ਹੈ, ਔਰ 30,000 ਤੋਂ ਵੱਧ ਆੜ੍ਹਤੀਆ ਪਰਿਵਾਰ ਹੈ ਉਹ ਚਲੀ ਗਈ। 3,000 ਤੋਂ ਵੱਧ ਸੈਲਰ ਹੈ ਜਿੱਥੇ 100 ਬੰਦਾ ਤਾਂ ਰੈਗੂਲਰ ਕੰਮ ਕਰਦਾ, ਸੀਜ਼ਨ 'ਚ ਉਦੋਂ ਜ਼ਿਆਦਾ ਬੰਦੇ ਕੰਮ ਕਰਦੇ ਨੇ, 2.5-3 ਲੱਖ ਉਹ ਬੰਦਾ ਹੋ ਜਾਂਦਾ। ਔਰ ਜੇ ਹਾੜੀ ਦੀ ਫਸਲ ਇਤਕੀ ਨਾ ਆਉਂਦੀ, ਦੁਕਾਨਦਾਰ ਮਾਰੇ ਜਾਂਦੇ ਪੰਜਾਬ ਤਾਂ ਕਰੋਨਾ 'ਚ ਵਿਚਰ ਰਿਹਾ, ਕਿਉਂਕਿ 40,000 ਕਰੋੜ ਰੁਪਈਆ ਘੱਟੋ ਘੱਟ ਤੁਰਿਆ ਫਿਰਦਾ ਮਾਰਕੀਟ ਦੇ ਵਿੱਚ। ਇਹ ਬਹੁਤ ਵੱਡਾ ਸਵਾਲ ਹੈ। ਇਹਦੇ ਲਈ ਮੈਨੂੰ ਇਹ ਲੱਗਦਾ ਕਿ ਇਹਨੂੰ ਇੱਕ ਤਾਂ ਉਸ ਪਾਸੇ ਕਿਸਾਨੀ ਨੂੰ ਵੀ ਲਿਜਾਣਾ ਪਊਗਾ ਕਿ ਇਹ ਪੂਰੇ ਪਿੰਡ ਦਾ ਮਸਲਾ ਹੈ, ਪੂਰੇ ਸ਼ਹਿਰ ਦਾ ਮਸਲਾ ਹੈ। ਗ੍ਰਾਮ ਸਭਾਵਾਂ, ਵਾਰਡ ਸਭਾਵਾਂ, ਲੋਕ ਸੋਥਾ ਕਰਨ, ਪਾਰਟੀਆਂ ਨੂੰ ਕਹਿਣ ਆਪਦੀ ਪੋਲਿਟਿਕਸ ਕਰੋ, ਰੱਖੋ ਅਲੱਗ, ਪਰ ਮਿਸ਼ਨ ਮੁਸ਼ਨ ਬਾਈ ਬੂਈ ਦਾ ਸਵਾਲ ਨਹੀਂ ਹੈ। ਅਸੀਂ ਕਿਸੇ ਵੱਡੇ ਮੁੱਦੇ ਤੇ ਲੜਨਾ ਹੈ, ਫੈਡਰਲਿਜ਼ਮ ਦੇ ਤੇ। ਮਤਲਬ ਇਹ ਵੀ ਕਿਸਾਨਾਂ ਨੂੰ ਆਪਣਾ ਜਿਹੜਾ ਸੰਘਰਸ਼ ਹੈ ਉਹ ਸਿਆਸਤਦਾਨਾਂ ਨੂੰ ਪਰੇ ਰੱਖ ਕੇ ਲੜਨਾ ਚਾਹੀਦਾ ਹੈ, ਕਿਉਂਕਿ ਸਿਆਸਤਦਾਨ ਨੂੰ ਸਿਰਫ ਵੋਟ ਹੀ ਨਜ਼ਰ ਆਉਂਦੀ ਹੈ। ਅੱਛਾ, ਇੱਕ ਹੋਰ ਅਹਿਮ ਸਵਾਲ ਹੈ ਵੀ ਹੁਣ ਆਰਡੀਨੈਂਸ ਬਿੱਲ ਬਣ ਗਿਆ, ਤੇ ਹੁਣ ਇਹ ਦੱਸੋ ਵੀ ਹੁਣ ਕਿਸਾਨ ਅੰਦੋਲਨ ਦਾ ਭਵਿੱਖ ਕੀ ਹੈ? ਬਿਲਕੁਲ, ਦੇਖੋ ਇੱਕ ਲੜਾਈ ਤਾਂ ਇਹ ਸੀ ਪਹਿਲਾਂ ਸਾਰੀਆਂ ਪਾਰਟੀਆਂ ਦੀ ਵੀ ਕਿ ਅਸੀਂ ਇਹਨੂੰ ਬਿੱਲ ਨਹੀਂ ਬਣਨ ਦਿੰਦੇ, ਮਤਲਬ ਬਿੱਲ ਨਹੀਂ ਲਿਆਵੇ ਸਰਕਾਰ ਤੇ ਅਸੀਂ ਇਹਨੂੰ ਕਾਨੂੰਨ ਨਹੀਂ ਬਣਨ ਦਿੰਦੇ। ਹੁਣ ਲੋਕ ਸਭਾ ਨੇ ਪਾਸ ਕਰਤਾ, ਰਾਜ ਸਭਾ ਦੇ ਵਿੱਚ ਜਿਵੇਂ ਮੈਜੋਰਟੀ ਆ ਪਾਸ ਹੋ ਜਾਣਾ। ਜੋ ਅੱਜ ਪ੍ਰਧਾਨ ਮੰਤਰੀ ਨੇ ਬੋਲਿਆ, ਗਏ ਉਹ ਰੇਲਵੇ ਦੇ ਬ੍ਰਿਜ ਦਾ ਉਦਘਾਟਨ ਕਰਨ ਸੀ, ਪਰ ਬੋਲੇ ਕਿਸਾਨੀ ਤੇ ਹੀ ਨੇ ਸਾਰਾ, ਕਿ ਇਹਨਾਂ ਨੂੰ ਗੁੰਮਰਾਹ ਕਰ ਰਹੇ ਨੇ। ਮੈਨੂੰ ਇੱਕ ਤਾਂ ਇਹ ਗੱਲ ਸਮਝ ਨਹੀਂ ਆਉਂਦੀ ਕਿ ਜਦੋਂ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਕਿਸਾਨਾਂ ਨੂੰ ਫਲਾਨਾ ਗੁੰਮਰਾਹ ਕਰ ਰਿਹਾ, ਕਿਸਾਨ ਮੂਰਖ ਨੇ, ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਹੋ, ਉਹਨਾਂ ਦੇ ਬੁੱਧੀ ਦੀ ਵੀ ਬੇਇੱਜ਼ਤੀ ਕਰ ਰਹੇ ਹੋ ਕਿ ਉਹਨਾਂ ਨੂੰ ਸਮਝ ਨਹੀਂ ਹੈ, ਜਿਵੇਂ ਕਿਸੇ ਨੇ ਉਂਗਲ ਲਾਈ ਤੇ ਉਵੇਂ ਉਹ ਚੱਲ ਰਹੇ ਨੇ। ਉਹਨਾਂ ਦੇ ਵੀ ਦਿਮਾਗ ਹੈ, ਉਹ ਵੀ ਆਪਦਾ ਭਲਾ ਬੁਰਾ ਸੋਚਦੇ ਨੇ। ਹਾਲੇ ਤੱਕ ਐਂ ਲੱਗਦਾ ਵੀ ਸਿਆਸਤਦਾਨ, ਆਮ ਲੋਕਾਂ ਨੂੰ ਐਂ ਲੱਗਦਾ ਵੀ ਕਿਸਾਨ ਨਾ ਅਨਪੜ੍ਹ ਹੈ, ਜਦ ਕਿ ਇਹੋ ਜਿਹਾ ਹੈ ਨਹੀਂ। ਮੈਂ ਕਹਿੰਦਾ ਅਨਪੜ੍ਹ ਹੋਵੇ ਚਾਹੇ ਬਿਨਾਂ ਅਨਪੜ੍ਹ ਬੰਦਿਆਂ ਨੇ ਵੀ ਪਹਿਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਚੰਗੇ ਕੰਮ ਕੀਤੇ ਨੇ, ਸਗੋਂ ਪੜ੍ਹੇ। ਸਾਡੀ ਮਿੱਟੀ ਬਰਬਾਦ ਹੋ ਗਈ, ਜ਼ਹਿਰੀਲੀ ਕਰਤੀ, ਪਾਣੀ ਮੁਕਾ ਚੱਲੇ ਆ, ਆਬੋ ਹਵਾ ਖਰਾਬ ਹੋ ਗਈ। ਇਹ ਤਾਂ ਪੜ੍ਹੀ ਲਿਖੀ ਕਲਾਸ ਨੇ ਕੀਤਾ, ਇਦੋਂ ਪਹਿਲਾਂ ਤਾਂ ਸਗੋਂ ਸਭ ਨੇ ਬਚਾ ਕੇ ਰੱਖਿਆ ਸੀ। ਉਹ ਕੁਦਰਤ ਦੇ ਨੇੜੇ ਸੀਗੇ ਬੰਦੇ, ਇਦੋਂ ਪਹਿਲਾਂ ਵਾਲੀਆਂ ਪੀੜ੍ਹੀਆਂ ਜ਼ਿਆਦਾ ਕਹਿਣ ਨੂੰ ਅਨਪੜ੍ਹ ਸੀ, ਪਰ ਉਹਨਾਂ 'ਚ ਜਿਹੜੀ ਵਿਜ਼ਡਮ ਹੈ, ਸਿਆਣਪ ਹੈ, ਉਹ ਕੁਦਰਤ ਦੇ ਨੇੜੇ ਨੇ, ਸਾਡੇ ਨਾਲੋਂ ਜ਼ਿਆਦਾ ਕਈ ਚੀਜ਼ਾਂ ਜਾਣਦੇ ਨੇ। ਇਸ ਕਰਕੇ ਦੂਜੀ ਗੱਲ ਇਹ ਹੈ ਕਿ ਇਸ ਅੰਦੋਲਨ ਦਾ ਹੁਣ ਭਵਿੱਖ ਜਿਹੜਾ ਹੈ ਉਹ ਮੈਨੂੰ ਲੱਗਦਾ ਕਿ ਕਾਨੂੰਨ ਤਾਂ ਬਣ ਜਾਏਗਾ, ਇਹ ਰੁਕੇਗਾ ਨਹੀਂ। ਔਰ ਇਹਦੀ ਲੜਾਈ ਵੀ ਜ਼ਿਆਦਾਤਰ ਪੁਰਾਣਾ ਪੰਜਾਬ ਹੀ ਲੜੂਗਾ, ਜਿਵੇਂ ਕਹਿੰਦੇ ਨੇ ਜੰਗ ਹਿੰਦ ਪੰਜਾਬ ਦੀ ਹੋਣ ਲੱਗੀ। ਪਰ ਉਹ ਹਿੰਦ ਪੰਜਾਬ ਦੀ ਜੰਗ ਦੇ ਵਿੱਚ ਹਰਿਆਣਾ ਪੰਜਾਬ ਦਾ ਕਿਸਾਨ ਤੇ ਉਹਦੀ ਟੋਟਲ ਪੋਲਿਟਿਕਸ ਤੇ ਉਹਦਾ ਟੋਟਲ ਲੋਕ ਕੀ ਇਕੱਠੇ ਹੁੰਦੇ ਨੇ ਤੇ ਆਪਦੇ ਲਈ ਹਮਦਰਦੀ ਪੂਰੇ ਦੇਸ਼ 'ਚੋਂ ਲੈਂਦੇ ਨੇ। 250 ਤੋਂ ਵੱਧ ਜਥੇਬੰਦੀ ਇਕੱਠੀ ਹੋ ਕੇ ਵੀ ਲੜ ਰਹੀ ਹੈ, ਐਸੀ ਗੱਲ ਨਹੀਂ ਹੈ। ਪਰ ਕਿਉਂਕਿ ਜਿਹੜੀ MSP ਜਾਊਗੀ, ਖਰੀਦ ਦੀ ਗਰੰਟੀ ਕੇਵਲ ਪੰਜਾਬ ਹਰਿਆਣੇ 'ਚ ਜ਼ਿਆਦਾ ਅਸਰ ਪਾਊਗੀ, ਇਸ ਕਰਕੇ ਇਹ ਗੱਲ ਦੂਜਿਆਂ ਨੂੰ ਵੀ ਸਮਝਾਉਣੀ ਜ਼ਰੂਰੀ ਹੈ ਕਿ ਜੇ ਸਾਡੇ MSP ਚਲੀ ਗਈ, ਤੁਹਾਡੀ ਹੁਣ 1200 ਵਿਕਦੀ ਹੈ, ਜੇ ਸਾਡੀ 1200 ਵਿਕਣ ਲੱਗ ਗਈ, ਥੋਕ 'ਚ ਇੱਥੋਂ ਲੈ ਜਾ ਕਰਨਗੇ, ਤੁਹਾਡੀ 800 ਤੇ ਆ ਜਾਣੀ ਹੈ। ਮਤਲਬ ਇਹ ਗੱਲ ਵੀ ਹੈ। ਦੂਜੀ ਗੱਲ ਇਹ ਹੈ ਕਿ ਇਹਨੂੰ ਹੁਣ ਬੜੇ ਵੱਡੇ ਪੱਧਰ ਦੇ ਉੱਤੇ ਫੈਡਰਲਿਜ਼ਮ ਦੇ ਇਸ਼ੂ ਦੇ ਤੌਰ ਤੇ ਲਿਜਾਣਾ ਪੈਣਾ ਤੇ ਇੰਪਾਵਰਮੈਂਟ ਆਫ ਪੀਪਲ ਦੇ ਇਸ਼ੂ ਦੇ ਉੱਤੇ। ਇੱਕ ਤਾਂ ਪਿੰਡਾਂ ਨੂੰ, ਗ੍ਰਾਮ ਸਭਾਵਾਂ ਨੂੰ, ਜਿਹੜੇ ਪੰਚਾਇਤਾਂ ਦੇ 29 ਡਿਪਾਰਟਮੈਂਟ ਸੰਵਿਧਾਨ ਦੀ 73ਵੀਂ ਸੋਧ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ 74ਵੀਂ ਸੋਧ ਦੇ ਵਿੱਚ ਹੱਕ ਮਿਲਨੇ ਸੀ ਲੋਕਲ ਬਾਡੀ ਨੂੰ, ਉਹ ਅਜੇ ਤੱਕ ਨੱਪੇ ਪਏ ਨੇ। ਸੰਵਿਧਾਨ ਦੀ ਵੀ ਨਹੀਂ ਮੰਨੀ ਜਾ ਰਹੀ। ਉਹ ਹੱਕ ਵੀ ਮਿਲਣ ਉਹਨਾਂ ਨੂੰ, ਲੋਕਾਂ ਨੂੰ, ਤਾਂ ਕਿ ਆਪਣੇ ਲੋਕਲ ਫੈਸਲੇ ਆਪ ਕਰਨ ਲੱਗਣ। ਤੇ ਫੈਡਰਲਿਜ਼ਮ 'ਚ ਰਾਜਾਂ ਨੂੰ ਵੀ ਹੱਕ ਮਿਲਣ। ਇਹ 'ਚ GST ਤੋਂ ਵੀ ਬਹੁਤ ਸਾਰੇ ਰਾਜ ਤੰਗ ਨੇ ਤੇ ਵਪਾਰੀ ਵੀ ਤੰਗ ਹੈ। ਤੇ ਇਹਦੇ 'ਚ ਇਦੋਂ ਬਾਅਦ ਵਾਤਾਵਰਨ ਦੇ ਸਵਾਲ ਤੇ ਵੀ, ਇਹਨਾਂ ਆਰਡੀਨੈਂਸਾਂ ਤੇ ਵੀ ਇਸ ਦੇਸ਼ ਦੇ ਵਿੱਚ ਇੱਕ ਪੋਲੀਟੀਕਲ ਲੜਾਈ ਮੈਨੂੰ ਲੱਗਦਾ ਚੱਲੂਗੀ, ਜਿਹੜੀ ਫੈਡਰਲਿਜ਼ਮ ਦੇ ਮੁੱਦੇ ਤੇ ਹੋਏਗੀ। ਔਰ ਇਹ ਭਵਿੱਖ ਉਸ ਲੈਵਲ ਦਾ, ਜਦੋਂ ਇਹ ਕਾਨੂੰਨ ਲਾਗੂ ਹੋਣਗੇ ਤਾਂ ਗਰਾਊਂਡ ਤੇ ਉਹਨਾਂ ਦਾ ਪ੍ਰੋਟੈਸਟ ਵੀ ਹੋਏਗਾ। ਜਿਵੇਂ ਇੱਕ ਯਾਦ ਹੋਣਾ ਤੁਹਾਡੇ UPA ਗਵਰਨਮੈਂਟ ਦੀ ਪਹਿਲੀ, ਉਹਨੇ SEZ ਬਣਾਇਆ ਸੀ, ਸਪੈਸ਼ਲ ਇਕਨੋਮਿਕ ਜ਼ੋਨ, ਜਿਨ੍ਹਾਂ ਦੇ ਵਿੱਚ ਇਹੋ ਜਿਹੇ ਮੁੱਦੇ ਪਾਤੇ, ਕਾਰਪੋਰੇਟਰ ਨੂੰ ਤੁਹਾਡਾ ਪੁਲਿਸ ਦਾ ਥਾਣਾ ਉੱਥੇ ਮੁਕੱਦਮਾ ਦਰਜ ਨਹੀਂ ਕਰ ਸਕਦਾ, ਉਹ ਇੱਕ ਅਲੱਗ ਟਾਈਪ ਦਾ ਹੀ ਸਿਸਟਮ ਹੋਏਗਾ, ਉਹਦੇ ਅੰਦਰ ਹੋਰੇ ਕਾਨੂੰਨ ਸੀ। ਪਰ UP ਦੇ ਵਿੱਚ ਲੋਕਾਂ ਨੇ ਰਿਲਾਇੰਸ ਤੋਂ ਲੈ ਕੇ ਸ਼ੋਰੂਮ ਤੋੜਨੇ ਸ਼ੁਰੂ ਕਰਤੇ, ਉਹ ਬਿੱਲ ਹੀ ਸ਼ਾਂਤ ਹੋ ਗਿਆ ਆਪਣੇ ਆਪ ਹੀ। ਇਸ ਕਰਕੇ ਕੋਈ ਬਿੱਲ ਜਦੋਂ ਕਾਨੂੰਨ ਵੀ ਬਣ ਜਾਂਦਾ ਹੈ, ਕਾਨੂੰਨ ਵੀ ਕਿਸੇ ਖੇਤਰ ਦੇ ਲੋਕਾਂ ਦੀ ਇੱਛਾ ਤੋਂ ਬਿਨਾਂ ਲਾਗੂ ਨਹੀਂ ਕੀਤਾ ਜਾ ਸਕਦਾ। ਕਾਨੂੰਨ ਜਿੰਨੇ ਮਰਜ਼ੀ ਬਣਾ ਦਿਓ, ਬਹੁਤ ਕਾਨੂੰਨ ਬਣੇ ਹੋਏ ਨੇ ਸਾਡੇ, ਲੋਕ ਨਹੀਂ ਮੰਨਦੇ। ਤਾਂ ਹੁਣ ਅਮਰਿੰਦਰ ਸਿੰਘ ਨੇ ਲਾਤਾ ਕਿ 5 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ, ਹਜ਼ਾਰਾਂ ਬੰਦਾ। ਜਦ ਉਹਨੇ ਦੇਖਿਆ ਕਿ ਪੋਲੀਟੀਕਲੀ ਲਾਸ ਹੋ ਰਿਹਾ ਤਾਂ ਕੱਲ ਇਹ ਕਹਿਤਾ ਹੁਣ ਗਵਰਨਰ ਤੋਂ ਬਾਅਦ ਆ ਕੇ ਆਪਣੇ ਸਾਰੇ ਕੇਸ ਵਾਪਸ, ਜਿਹੜੇ ਵੀ ਤੁਸੀਂ ਕਰ ਰਹੇ ਹੋ। ਇਸ ਲਈ ਪਬਲਿਕ ਪ੍ਰੈਸ਼ਰ ਜਮਹੂਰੀਅਤ ਦੇ ਵਿੱਚ ਕਾਨੂੰਨ ਤੋਂ ਵੀ ਕਈ ਵਾਰ ਵੱਡਾ ਰੂਪ ਲੈ ਜਾਂਦਾ। ਲੋਕਾਂ ਦੀ ਇੱਛਾ, ਸਿਆਸਤਦਾਨ ਨੂੰ ਇਹ ਚਾਹੀਦਾ ਕਿ ਉਹਨਾਂ ਲੋਕਾਂ ਨਾਲ ਗੱਲ ਕਰੋ,
ਉਹਨਾਂ ਦੀ ਵੀ ਸੁਣੋ, ਔਰ ਸੁਣ ਕੇ ਜਾਂ ਤਾਂ ਉਹਨਾਂ ਨੂੰ ਮਨਾ ਲਓ ਜੇਕਰ ਤੁਹਾਡੀ ਗੱਲ 'ਚ ਵਜਨ ਹੈ ਦਲੀਲ ਦੇ ਤੌਰ ਤੇ, ਨਹੀਂ ਤਾਂ ਉਹਨਾਂ ਨਾਲ ਸਹਿਮਤ ਹੋ ਜਾਓ। ਜਿੱਦ ਦਾ ਜਿਹੜਾ ਇੱਕ ਤਰੀਕਾ ਹੈ, ਇਹ ਬਿਲਕੁਲ ਜਿਹੜਾ ਡਿਵੈਲਪਮੈਂਟ ਦਾ ਮਾਡਲ ਹੈ, ਕਾਰਪੋਰੇਟ ਡਿਵੈਲਪਮੈਂਟ ਦਾ ਮਾਡਲ ਹੈ। ਕਾਰਪੋਰੇਟ ਘਰਾਣਿਆਂ ਦੇ ਵਾਸਤੇ ਇਹ ਰਸਤਾ ਖੁੱਲ੍ਹ ਰਿਹਾ ਤੇ ਪੋਲੀਟੀਸ਼ੀਅਨ ਵੀ ਸਾਡਾ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਕਠਪੁਤਲੀ ਬਣ ਰਿਹਾ। ਤੇ ਇਕੱਲਾ ਖੇਤੀ ਦੇ ਸਵਾਲ ਨਹੀਂ ਹੈ, ਰੇਲਵੇ ਵੇਚੀ ਜਾ ਰਹੀ ਹੈ, ਹੋਰ ਵੱਡੀਆਂ ਵੱਡੀਆਂ, ਪਹਿਲਾਂ BSNL ਦਾ ਜੋ ਬੁਰਾ ਹਾਲ ਕਰਿਆ ਪ੍ਰਾਈਵੇਟ ਮਾਮਲਿਆਂ ਦੇ ਵਿੱਚ, ਉਹ ਸਾਡੇ ਸਾਹਮਣੇ ਹੈ। ਈਵਨ ਬੀਮੇ ਦਾ ਜਿਹੜਾ ਸਵਾਲ ਹੈ, ਪ੍ਰਾਈਵੇਟ ਬੀਮਾ ਕੰਪਨੀਆਂ ਨਾਲ ਜੋ ਸਾਡੇ ਸਾਹਮਣੇ ਦਿਖਾਈ ਦਿੱਤਾ ਹੈ, ਇਹ ਸਮੁੱਚੇ ਤੌਰ ਤੇ ਉਹ ਮਾਡਲ ਵਿਕਸਿਤ ਹੋ ਰਿਹਾ ਜਿਹੜਾ ਕੁਦਰਤ ਤੇ ਮਨੁੱਖ ਦੇ ਖਿਲਾਫ ਹੈ। ਉਸ ਨੂੰ ਵੀ ਦੇਖਣ ਦਾ ਸਵਾਲ ਹੈ ਤੇ ਉਹਦੇ ਤੇ ਚਰਚਾ ਕਰਨ ਦਾ ਸਵਾਲ ਤੇ ਅੰਦੋਲਨ ਦਾ ਰੁਖ ਵੀ ਉਸ ਡਾਇਰੈਕਸ਼ਨ 'ਚ ਲਿਜਾਣ ਦੀ ਲੋੜ ਹੈ। ਤੇ ਹਮੀਰ ਜੀ, ਬਸ ਥੋੜਾ ਜਿਹਾ ਇੱਕ ਛੋਟਾ ਜਿਹਾ ਮੈਂ ਜਵਾਬ ਚਾਹਾਂਗਾ। ਹਰਿਆਣੇ 'ਚ ਵੀ ਸਿਆਸਤ ਇਸ ਮਾਮਲੇ ਤੇ ਭਾਗੀ ਹੈ। ਦੁਸ਼ਯੰਤ ਚੌਟਾਲਾ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਵੀ ਤੂੰ ਬਾਹਰ ਆ ਜਾ, ਜਿਵੇਂ ਹਰਸਿਮਰਤ ਕੌਰ ਆ ਗਈ ਹੈ। ਮੈਨੂੰ ਲੱਗਦਾ ਕਿ ਦੁਸ਼ਯੰਤ ਨੂੰ ਵੀ ਕੋਈ ਰਸਤਾ ਨਹੀਂ ਬਚਣਾ, ਕਿਉਂਕਿ ਉਹ ਵੀ ਜਾਟਾਂ ਦੀ ਪਾਰਟੀ ਹੈ ਮੇਨ। ਜਿਵੇਂ ਅਕਾਲੀ ਦਲ ਦਾ ਅਧਿਕਾਰ ਹੋਣਾ ਕਿਸਾਨ ਅੰਦੋਲਨ 'ਚ, ਉਹਨਾਂ ਦੇ ਵਰਕਰ ਇਹ ਕਹਿਣ ਲੱਗੇ ਉਹਨਾਂ ਨੂੰ ਵੀ ਭਾਈ ਸਾਹਿਬ ਤੁਹਾਡੇ ਨਾਲ ਨਹੀਂ ਚੱਲਿਆ ਜਾਏਗਾ ਜੇਕਰ ਆਓ, ਉਹਦਾ ਪ੍ਰੈਸ਼ਰ ਪਿਆ। ਅਕਾਲੀ ਦਲ ਦਾ ਵੀ 80% ਵਰਕਰ ਜਿਹੜਾ ਹੈ ਉਹ ਕਿਸਾਨੀ 'ਚ ਹੈ। ਇਹ ਵੀ ਜਿਹੜਾ JJP ਹੈ, ਜਨ ਨਾਇਕ ਜਨਤਾ ਪਾਰਟੀ, ਇਹ ਨਰੋਲ ਜਾਟਾਂ ਦੀ ਪਾਰਟੀ ਹੈ। ਇਸੇ ਕਰਕੇ ਸਰਕਾਰ 'ਚ ਹੁੰਦੇ ਹੋਏ ਉਹਨਾਂ ਨੇ ਕਿਸਾਨਾਂ ਤੇ ਲਾਠੀਚਾਰਜ ਦਾ ਵਿਰੋਧ ਕੀਤਾ ਹੈ। ਔਰ ਜੇ ਅੱਜ ਨਹੀਂ ਤਾਂ ਕੱਲ੍ਹ ਦੁਸ਼ਯੰਤ ਚੌਟਾਲਾ ਨੂੰ ਅਸਤੀਫਾ ਦੇਣਾ ਹੀ ਪੈਣਾ ਹੈ। ਇਹਦੇ 'ਚ ਕੋਈ ਰਾਹ ਨਹੀਂ ਹੈ ਹੋਰ। ਇਸ ਲਈ ਜਿਹੜੀ ਧਿਰ ਨੂੰ ਤੁਸੀਂ ਪੋਲੀਟੀਕਲੀ ਰਿਪਰਜੈਂਟ ਕਰਦੇ ਹੋ, ਜੇ ਉਹ ਤੁਹਾਡੇ ਤੋਂ ਨਾਰਾਜ਼ ਹੈ, ਉਹ ਇਹ ਕਹਿੰਦੀ ਹੈ ਕਿ ਤੁਸੀਂ ਇਸ ਪਾਸੇ ਵੱਲ ਚੱਲੋ, ਮੈਨੂੰ ਤਾਂ ਲੱਗਦਾ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਹੋਣਾ ਪਏਗਾ। JJP, ਅਕਾਲੀ ਦਲ ਵੀ ਹੈ, ਹੋਰ ਧਿਰਾਂ ਵੀ ਨੇ, ਹਰਿਆਣੇ ਦੀਆਂ ਵੀ ਸਾਰੀਆਂ ਪਾਰਟੀਆਂ ਨੂੰ ਜਾਂ ਬਾਕੀਆਂ ਨੂੰ, ਔਰ ਦੇਸ਼ ਦੇ ਵਿੱਚ ਵੀ ਜਿੰਨੀਆਂ ਰੀਜਨਲ ਗਰੁੱਪ ਨੇ ਉਹਨਾਂ ਸਾਰੀਆਂ ਨੂੰ ਵੀ, ਔਰ ਸਾਰੀਆਂ ਦਾ ਹੀ ਜੁੜਾਅ ਹੈ ਆਪਣੇ ਆਪਣੇ ਲੋਕਾਂ ਨਾਲ, ਆਪਣੇ ਆਪਣੇ ਜਿਹੜੇ ਖੇਤਰ ਦੇ ਨਾਲ ਜੁੜੇ ਹੋਏ ਨੇ। ਔਰ ਉਹਨਾਂ ਪਾਰਟੀਆਂ 'ਤੇ ਜ਼ਿਆਦਾ ਪ੍ਰੈਸ਼ਰ ਹੈ ਜਿਹੜੀਆਂ ਕਿਸਾਨੀ ਨੂੰ ਆਪਣਾ ਬੇਸ ਮੰਨਦੀਆਂ ਨੇ, ਆਪਣਾ ਆਧਾਰ ਮੰਨਦੀਆਂ ਨੇ। ਦੋਸਤੋ, ਤੁਸੀਂ ਹਮੀਰ ਸਿੰਘ ਦੀਆਂ ਬੜੀਆਂ ਵਡਮੁੱਲੀਆਂ ਗੱਲਾਂ ਸੁਣੀਆਂ ਤੇ ਇਹਦਾ ਨਿਚੋੜ ਇਹ ਨਿਕਲਦਾ ਵੀ ਜਵੇ ਬਾਣ ਲਾਗਿਓ ਤਵੇ ਰੋਜ਼ ਜਾਗਿਓ। ਪੰਜਾਬ ਦੇ ਵਿੱਚ ਬੜੇ ਸਾਲਾਂ ਬਾਅਦ ਇੱਕ ਕਿਸਾਨੀ ਮੂਵਮੈਂਟ ਸ਼ੁਰੂ ਹੋਈ ਹੈ ਤੇ ਕਿਸ ਪਾਸੇ ਜਾਂਦੀ ਹੈ ਤੇ ਊਂਠ ਕਿਹੜੀ ਕਰਵਟ ਲੈਂਦਾ ਹੈ, ਇਹ ਆਉਣ ਵਾਲਾ ਸਮਾਂ ਦੱਸੇਗਾ। ਬਹੁਤ ਬਹੁਤ ਧੰਨਵਾਦ।